ਅੱਜ ਜਦੋਂ ਪੰਜਾਬ ਦੇ ਪਾਣੀਆਂ ਦੇ ਉੱਤੇ ਤੇ ਪੰਜਾਬ ਦੀ ਆਬੋ ਹਵਾ ਦੇ ਉੱਤੇ ਸਾਰਿਆਂ ਤੋਂ ਵੱਡਾ ਅਟੈਕ ਹੋ ਰਿਹਾ ਹੈ, ਜਿਹੜਾ ਕਿ ਮੈਂ ਸਮਝਦਾ ਕਿ ਪਿਛਲੇ 100 ਸਾਲ ਦੀ ਪੰਜਾਬ ਦੀ ਹਿਸਟਰੀ ਦਾ ਸਾਰਿਆਂ ਤੋਂ ਵੱਡਾ ਅਟੈਕ ਹੈ। ਔਰ ਇਹਦੇ ਉੱਤੇ ਜਿਹੜਾ ਵੀ ਬੰਦਾ ਚੁੱਪ ਰਹੂਗਾ ਸਮੇਤ ਸੀਚੇਵਾਲ ਸਾਹਿਬ ਦੀ, ਤਾਂ ਉਹਨੂੰ ਪੰਜਾਬ ਦੇ ਲੋਕ ਕਦੇ ਵੀ ਮਾਫ ਨਹੀਂ ਕਰਨਗੇ। ਇਹ ਇਕੱਲਾ ਇਹ ਨਹੀਂ ਹੈਗਾ ਕਿ ਇਹ ਇਕੱਲਾ ਪੋਲਿਊਸ਼ਨ ਦਾ ਸਵਾਲ ਹੈ, ਇਹ ਇੱਕ ਸਿਵਲਾਈਜੇਸ਼ਨ ਦੀ ਹੋਂਦ ਦਾ ਸਵਾਲ ਹੈ ਕਿ ਜੇ 1 ਕਰੋੜ ਬੰਦਾ ਸਾਡਾ ਬਿਮਾਰ ਹੋ ਜਾਂਦਾ, 2-2.5 ਕਰੋੜ ਦੀ ਆਬਾਦੀ ਦੇ ਵਿੱਚੋਂ ਜੋ ਕੈਂਸਰ ਦਾ ਮਰੀਜ਼ ਹੋ ਜਾਂਦਾ ਹੈ, ਜੋ ਵੱਖ-ਵੱਖ ਬਿਮਾਰੀਆਂ ਦੇ ਵਿੱਚ ਘਿਰ ਜਾਂਦਾ ਹੈ, ਤਾਂ ਉਹਨਾਂ ਲੋਕਾਂ ਦੀ ਹਾਲਤ ਕੀ ਹੋਣੀ ਹੈ। ਮੀਡੀਆ ਵਾਲਿਆਂ ਤੇ ਇਤਰਾਜ਼ ਹੁੰਦਾ ਕਿ ਮੀਡੀਆ ਵਾਲੇ ਭੌਂਕਦੇ ਫਿਰਦੇ ਆ, ਮੀਡੀਆ ਵਾਲੇ ਖਬਰਾਂ ਲੱਭਦੇ, ਸਟੋਰੀਆਂ ਲੱਭਦੇ ਫਿਰਦੇ ਆ। ਤਾਂ ਮੀਡੀਆ ਵਾਲਿਆਂ ਨੂੰ ਵੀ ਕਹਿਣਾ ਚਾਹਾਂਗੇ ਕਿ ਇੱਥੇ ਆਓ, ਜਿੱਥੇ ਅਸੀਂ ਖੜੇ ਆ, ਇੱਕ ਪਾਸੇ ਸਾਡੇ ਸਤਲੁਜ ਦਰਿਆ ਵਹਿ ਰਿਹਾ ਤੇ ਦੂਜੇ ਪਾਸੇ ਮੱਤੇਵਾੜੇ ਦਾ ਜੰਗਲ ਆ। ਇੱਥੇ ਆ ਕੇ ਤੁਸੀਂ ਪੰਜਾਬ ਨੂੰ ਬਚਾਉਣ ਦੀ ਗੱਲ ਕਰੋ। ਇਹਨੂੰ ਸਾਰਿਆਂ ਤੋਂ ਪਹਿਲਾਂ ਅਕਾਲੀ ਗਵਰਨਮੈਂਟ ਨੇ ਆਪਣੇ ਅੱਖ ਹੇਠ ਲਿਆਂਦਾ, ਤਾਂ ਸੁਖਬੀਰ ਬਾਦਲ ਹੋਰਾਂ ਦੀ ਇੱਛਾ ਸੀ ਕਿ ਇੱਥੇ ਇੱਕ ਰੇਸ ਕੋਰਸ ਜਿਹੜਾ ਘੋੜਿਆਂ ਦੀ ਦੌੜ ਦਾ ਇੱਕ ਜਿਹੜਾ ਬਣਾਇਆ ਜਾਵੇ, ਵੱਡਾ ਪਾਰਕ। ਬੜੀ ਇੰਟਰਸਟਿੰਗ ਗੱਲ ਮੈਂ ਤੁਹਾਨੂੰ ਦੱਸਦਾ ਕਿ ਪਿੰਡ ਸੇਖੂਵਾਲ ਦੇ ਵਿੱਚ ਇੱਕ ਗ੍ਰਾਮ ਸਭਾ ਹੋਈ ਉਹਨਾਂ ਦਿਨਾਂ 'ਚ। ਉਸ ਗ੍ਰਾਮ ਸਭਾ ਦੇ ਵਿੱਚ ਇਸ ਫੈਸਲੇ ਦੇ ਖਿਲਾਫ ਇੱਕ ਮਤਾ ਲੈ ਕੇ ਆਂਦਾ। ਉਹ ਜਿਹੜਾ ਮਤਾ ਹੈਗਾ, ਉਹਦੀ ਜਿਹੜੀ ਡਰਾਫਟਿੰਗ ਹੈ, ਉਹ ਆਪ ਪਾਰਟੀ ਦਾ ਜਿਹੜਾ ਲੀਗਲ ਸੈੱਲ ਹੈਗਾ ਪੰਜਾਬ ਦਾ, ਉਹਨੇ ਉਸ ਨੂੰ ਡਰਾਫਟ ਕੀਤਾ ਹੋਇਆ। ਤੇ ਅੱਜ ਉਹੀ ਪਾਰਟੀ ਆ ਜਿਹੜੀ ਦੁਬਾਰਾ ਫੇਰ ਮਤਲਬ ਇਸ ਨੂੰ ਲੈ ਕੇ ਆ ਰਹੀ ਹੈ। ਸੋ ਜਦੋਂ ਕੋਈ ਸੱਤਾ ਦੇ ਵਿੱਚ ਆ ਜਾਂਦਾ ਹੈ, ਉਹਦੀ ਭਾਸ਼ਾ, ਉਹਦੀ ਨੀਤੀ ਤੇ ਉਹਦੀ ਨੀਅਤ ਹੈ ਜਿਹੜੀ ਉਹ ਬਦਲ ਜਾਂਦੀ ਹੈ। ਜਿੰਨਾ ਕੁ ਪਾਣੀ ਸਾਡੇ ਕੋਲੇ ਆ ਰਿਹਾ ਹੈ, ਉਹ ਇਸ ਇੰਡਸਟਰੀ ਦੇ ਨਾਲ ਬਿਲਕੁਲ ਪੋਲਿਊਟ ਹੋ ਜਾਣਾ ਹੈ। ਉਹਦੇ ਨਾਲ 1 ਕਰੋੜ ਦੀ ਪਾਪੂਲੇਸ਼ਨ, ਕਿਉਂਕਿ ਮਾਲਵਾ ਪੂਰੇ ਪੰਜਾਬ ਦਾ ਅੱਧ ਹੈ, 1 ਕਰੋੜ ਦੀ ਪਾਪੂਲੇਸ਼ਨ ਹੈ ਜਿਹੜੀ ਉਹ ਪ੍ਰਭਾਵਿਤ ਹੋਣੀ ਹੈ, ਜਿਹਦੇ ਵਿੱਚ ਉਹਨਾਂ ਨੂੰ ਕੈਂਸਰ ਹੋਣਾ ਹੈ, ਜਿਹਦੇ ਵਿੱਚ ਉਹਨਾਂ ਨੂੰ ਹੋਰ ਤਰ੍ਹਾਂ ਦੀਆਂ ਬਿਮਾਰੀਆਂ ਨੇ, ਜਿਨ੍ਹਾਂ ਨੂੰ ਅਸੀਂ ਜਿਹੜੀਆਂ ਕਰੋਨਿਕ ਡਿਜ਼ੀਜ਼ ਕਹਿੰਦੇ ਆ, ਉਹ ਸਾਰੀਆਂ ਨੂੰ ਉਹਨਾਂ ਨੇ ਘੇਰਨਾ ਹੈ। ਦੁਨੀਆ ਉੱਤੇ ਤੁਹਾਡਾ ਸਵਾਗਤ। ਮੈਂ ਮਨਦੀਪ। ਐਮਾਜ਼ੋਨ ਦੇ ਜੰਗਲਾਂ ਨੂੰ ਧਰਤੀ ਦਾ ਦਿਲ ਕਿਹਾ ਜਾਂਦਾ, ਬਿਲਕੁਲ ਠੀਕ ਕਿਹਾ ਜਾਂਦਾ, ਕਿਉਂਕਿ ਕੁਦਰਤੀ ਬਨਸਪਤੀ, ਪਾਣੀ, ਜੰਗਲ, ਜਾਨਵਰ, ਪੰਛੀ ਸਾਰੇ ਧਰਤੀ ਲਈ ਬਹੁਤ ਜ਼ਰੂਰੀ ਆ। ਮਨੁੱਖ ਵੀ ਧਰਤੀ ਲਈ ਬਹੁਤ ਜ਼ਰੂਰੀ ਆ ਤੇ ਧਰਤੀ ਮਨੁੱਖਾਂ ਲਈ ਬਹੁਤ ਜ਼ਰੂਰੀ ਆ। ਇਸੇ ਤਰ੍ਹਾਂ ਹੀ ਮੱਤੇਵਾੜਾ ਜੰਗਲ ਨੂੰ ਲੁਧਿਆਣੇ ਦੇ ਫੇਫੜੇ ਕਿਹਾ ਜਾਂਦਾ। ਮੱਤੇਵਾੜਾ ਜੰਗਲ ਹੋਣਾ ਲੁਧਿਆਣੇ ਦੇ ਲਈ ਬਹੁਤ ਵੱਡੀ ਗੱਲ ਆ, ਲੁਧਿਆਣੇ ਦੇ ਆਸ-ਪਾਸ ਦੇ ਇਲਾਕਿਆਂ ਲਈ ਬਹੁਤ ਵੱਡੀ ਗੱਲ ਆ, ਕਿਉਂਕਿ ਜਿੰਨੀ ਆਬੋ ਹਵਾ ਖਰਾਬ ਹੋ ਰਹੀ ਆ, ਉਸ ਤਰ੍ਹਾਂ ਜੰਗਲਾਂ ਦਾ ਹੋਣਾ ਬਹੁਤ ਜ਼ਰੂਰੀ ਆ। ਤੇ ਅੱਜ ਮੱਤੇਵਾੜਾ ਜੰਗਲ ਨੂੰ ਕੱਟਣ ਦਾ ਰੌਲਾ ਜਿਹੜਾ ਉਹ ਪੈ ਰਿਹਾ। ਬੇਸ਼ੱਕ ਮਾਮਲਾ ਬਹੁਤ ਗੰਭੀਰ ਤੇ ਵੱਡਾ, ਪਰ ਚਰਚਾ ਹਲੇ ਘੱਟ ਹੋ ਰਹੀ ਆ। ਅੱਜ ਆਪਾਂ ਮੱਤੇਵਾੜਾ ਜੰਗਲ ਦੀ ਕਟਾਈ ਤੇ ਚਰਚਾ ਕਰਾਂਗੇ, ਉਹਦੇ ਕੀ ਪ੍ਰਭਾਵ ਪੈਣ ਵਾਲੇ ਆ, ਸਾਰੀ ਉਹਦੀ ਹਿਸਟਰੀ ਤੇ ਵੀ ਚਰਚਾ ਕਰਾਂਗੇ। ਸਾਡੇ ਨਾਲ ਪਹਿਲਾਂ ਦੀ ਤਰ੍ਹਾਂ ਅੱਜ ਵੀ ਸੁਖਵਿੰਦਰ ਪੱਪੀ ਜੀ ਨੇ, ਆਪਾਂ ਗੱਲਬਾਤ ਕਰਦੇ ਆ। ਪੱਪੀ ਜੀ, ਸਵਾਗਤ ਹੈ ਤੁਹਾਡਾ ਜੀ। ਬਹੁਤ ਬਹੁਤ ਸ਼ੁਕਰੀਆ ਮਨਦੀਪ ਜੀ, ਬਹੁਤ ਸ਼ੁਕਰੀਆ, ਥੈਂਕ ਯੂ। ਮੱਤੇਵਾੜਾ ਜੰਗਲ ਨੂੰ ਕੱਟਣ ਦਾ ਰੌਲਾ ਜੀ ਭਖ ਚੁੱਕਿਆ, ਮੀਡੀਆ ਨੇ ਕੁਝ ਠਾਇਆ, ਕੁਝ ਲੋਕਾਂ ਨੇ ਵੀ ਇਸ ਤੇ ਪ੍ਰਤੀਕਰਮ ਦਿੱਤਾ। ਤਾਂ ਇਸ ਤੋਂ ਪਹਿਲਾਂ ਆਪਾਂ ਨੂੰ ਥੋੜ੍ਹੇ ਜਿਹੀ ਦੀ ਹਿਸਟਰੀ ਬਾਰੇ ਜਾਣਨਾ ਵੀ ਜ਼ਰੂਰੀ ਹੈ ਕਿ ਮੱਤੇਵਾੜਾ ਜੰਗਲ ਦੀ ਕੀ ਹਿਸਟਰੀ ਹੈ, ਕੀ ਮਹੱਤਤਾ। ਜਿਹੜਾ ਮੱਤੇਵਾੜਾ ਜੰਗਲ ਦਾ ਅੱਜ ਰੌਲਾ ਪੈ ਰਿਹਾ ਹੈ ਸਾਡੇ ਪੰਜਾਬ ਦੇ ਅੰਦਰ, ਇਹ ਹੈਗਾ ਕਿ ਜਿਹੜੀ ਇਹ ਜ਼ਮੀਨ, ਜਿਹੜੀ 957 ਏਕੜ ਜ਼ਮੀਨ ਐਲਾਨ ਕੀਤੀ ਹੈ ਭਗਵੰਤ ਮਾਨ ਹੋਰਾਂ ਨੇ, ਇਹ ਜ਼ਮੀਨ 3-4 ਤਰ੍ਹਾਂ ਦੀ ਜ਼ਮੀਨ ਹੈ। ਇਹਦੇ ਵਿੱਚ ਸਾਰਿਆਂ ਤੋਂ ਵੱਡਾ ਜਿਹੜਾ ਟੁਕੜਾ ਹੈਗਾ ਉਹ ਪਿੰਡ ਸੇਖੂਵਾਲ ਦਾ ਹੈ, ਜਿਹੜਾ ਤਕਰੀਬਨ 400 ਏਕੜ ਦੇ ਕਰੀਬ ਜ਼ਮੀਨ ਹੈ। ਦੂਸਰਾ ਇਹਦੇ ਵਿੱਚ ਟੁਕੜਾ ਹੈਗਾ, ਉਹ ਹੈਗੀ 250 ਏਕੜ ਜ਼ਮੀਨ ਕਰੀਬ ਸਾਡੀ ਐਗਰੀਕਲਚਰ ਯੂਨੀਵਰਸਿਟੀ ਦਾ ਜਿਹੜਾ ਪੋਟੈਟੋ ਰਿਸਰਚ ਸੈਂਟਰ ਸੀਗਾ, ਉਹਦੀ ਜ਼ਮੀਨ ਹੈਗੀ ਹੈ। ਤੀਸਰੀ ਜ਼ਮੀਨ ਇਹਦੇ ਵਿੱਚ ਹੈਗੀ ਹੈ ਜਿਹੜੀ ਸਾਡੀ ਐਨੀਮਲ ਯੂਨੀਵਰਸਿਟੀ ਹੈਗੀ ਹੈ ਪੰਜਾਬ ਦੀ, ਜਿਹਨੂੰ ਅੱਜ ਕੱਲ੍ਹ ਗੜਵਾਸੂ ਕਿਹਾ ਜਾਂਦਾ ਹੈ, ਉਸ ਯੂਨੀਵਰਸਿਟੀ ਦਾ 150 ਏਕੜ ਦੇ ਕਰੀਬ ਹੈਗਾ। ਬਾਕੀ ਕੁਝ ਪਿੰਡਾਂ ਦੀ 20-20, 30-30 ਕਿੱਲੇ ਜ਼ਮੀਨ ਵੀ ਇਸ 957 ਏਕੜ ਦੇ ਵਿੱਚ ਹੈਗੀ ਹੈ। ਇਹ ਸਾਰਿਆਂ ਤੋਂ ਪਹਿਲਾਂ ਜਿਹੜੀ ਇਹ ਜ਼ਮੀਨ ਹੈ, ਇਹ ਮੱਤੇਵਾੜਾ ਜਿਹੜਾ ਜੰਗਲ ਹੈ, ਜਿਹੜਾ 2 ਹਿੱਸਿਆਂ ਦੇ ਵਿੱਚ ਵੰਡਿਆ ਹੋਇਆ, ਜਿਹਦੇ ਵਿੱਚ 3000 ਏਕੜ ਇੱਕ ਪਾਸੇ ਹੈ
ਥੋੜੀ ਜਿਹੀ ਜਗ੍ਹਾ ਉਹਦੇ ਵਿੱਚ ਖਾਲੀ ਛੱਡ ਕੇ ਫਿਰ 2000 ਏਕੜ ਜ਼ਮੀਨ ਹੈ ਜਿਹੜੀ ਉਹ ਹੋਰ ਇੱਕ ਪਾਸੇ ਨੂੰ ਹੈ। ਇਸ ਤਰ੍ਹਾਂ ਉਹਦਾ ਕਿਹਾ ਜਾਂਦਾ ਹੈ ਕਿ 900 ਵਰਗ ਕਿਲੋਮੀਟਰ ਦਾ ਬਹੁਤ ਵੱਡਾ ਏਰੀਆ ਜਿਹੜਾ ਹੈਗਾ ਉਹ ਪੰਜਾਬ ਦੇ ਹੀ ਨਹੀਂ, ਲੁਧਿਆਣੇ ਦੇ ਸਾਰੇ ਸਾਡੇ ਮਾਲਵੇ ਦੇ ਇੱਕ ਫੇਫੜਿਆਂ ਦਾ ਜਿਹੜਾ ਕੰਮ ਕਰਦਾ ਹੈ। ਬਿਲਕੁਲ ਜੀ। ਉਹਦੇ ਦਰਮਿਆਨ ਇਹ ਜ਼ਮੀਨ ਹੈ ਜਿਹੜੀ 957 ਏਕੜ ਖਾਲੀ ਪਈ ਹੈ। ਇਹਨੂੰ ਸਾਰਿਆਂ ਤੋਂ ਪਹਿਲਾਂ ਅਕਾਲੀ ਗਵਰਨਮੈਂਟ ਨੇ ਆਪਣੇ ਅੱਖ ਹੇਠ ਲਿਆਂਦਾ ਤਾਂ ਸੁਖਬੀਰ ਬਾਦਲ ਹੋਰਾਂ ਦੀ ਇੱਛਾ ਸੀ ਕਿ ਇੱਥੇ ਇੱਕ ਰੇਸ ਕੋਰਸ ਜਿਹੜਾ ਘੋੜਿਆਂ ਦੀ ਦੌੜ ਦਾ ਇੱਕ ਜਿਹੜਾ ਬਣਾਇਆ ਜਾਵੇ ਵੱਡਾ ਪਾਰਕ। ਉਸ ਵੇਲੇ ਬਹੁਤ ਵੱਡਾ ਇਸ ਗੱਲ ਦਾ ਵਿਰੋਧ ਹੋਇਆ। ਕਿਉਂ ਹੋਇਆ? ਕਿਉਂਕਿ ਸਾਰਿਆਂ ਤੋਂ ਵੱਡਾ ਨੁਕਸਾਨ ਸੀਗਾ ਜਿਹੜਾ ਉਹ ਸੇਖੂਵਾਲ ਪਿੰਡ ਦੇ ਲੋਕਾਂ ਨੂੰ ਹੋਣਾ ਸੀ, ਜਿਹੜੇ ਦਲਿਤ ਨੇ ਸਾਰੇ ਦੇ ਸਾਰੇ। ਉਹਨਾਂ ਦਲਿਤਾਂ ਨੇ 1961 ਤੋਂ ਇਸ ਪਿੰਡ ਦੀ ਜਿਹੜੀ ਜ਼ਮੀਨ ਹੈ ਉਹਨੂੰ ਆਬਾਦ ਕਰਨਾ ਸ਼ੁਰੂ ਕੀਤਾ ਔਰ ਉਹਨਾਂ ਦਾ ਸਰਕਾਰ ਦੇ ਨਾਲ ਤਕਰੀਬਨ 36 ਸਾਲ ਹਾਈ ਕੋਰਟ ਦੇ ਵਿੱਚ ਕੇਸ ਚੱਲਿਆ। ਕੇਸ ਉਹਨਾਂ ਨੇ ਜਿੱਤਿਆ ਤੇ ਉਹਨਾਂ ਨੂੰ ਬੜੇ ਲੰਮੇ ਸਮੇਂ ਬਾਅਦ ਉਹ ਜਿਹੜੀ ਜ਼ਮੀਨ ਦੇ ਮਾਲਕੀ ਦੇ ਹੱਕ ਮਿਲੇ ਨੇ ਤੇ ਉਹ ਵੰਡ ਕੇ ਜ਼ਮੀਨ ਦੇ ਵਿੱਚ ਖੇਤੀ ਕਰਦੇ ਨੇ। ਤਕਰੀਬਨ 250 ਕਰੀਬ ਉੱਥੇ ਪਰਿਵਾਰ ਜਿਹੜਾ ਉਸ ਜ਼ਮੀਨ ਦੇ ਉੱਤੇ ਪਲਦਾ ਹੈ। ਅਕਾਲੀ ਗਵਰਨਮੈਂਟ ਜਦੋਂ ਆਈ ਤਾਂ ਉਹਨਾਂ ਨੇ 40 ਏਕੜ ਜ਼ਮੀਨ ਉਹਦੇ ਵਿੱਚੋਂ ਛੱਡ ਕੇ ਬਾਕੀ ਸਾਰੀ ਜ਼ਮੀਨ ਆ ਜਿਹੜੀ ਉਹਨਾਂ ਤੋਂ ਅਕਵਾਇਰ ਕਰ ਲਈ ਔਰ ਉਸ ਦੇ ਨਾਲ ਹੀ ਜਿਹੜਾ ਇੱਕ ਸਾਡਾ ਪੋਟੈਟੋ ਸੀਡ ਰਿਸਰਚ ਸੈਂਟਰ ਇੱਥੇ ਬਣਿਆ ਹੋਇਆ ਹੈ, ਜਿਹਦੇ ਨਾਲ ਸਾਰਾ ਸਾਡੇ ਦੁਆਬੇ ਦੇ ਲੋਕ ਤੇ ਮਾਲਵੇ ਦੇ ਬਹੁਤ ਵੱਡਾ ਹਿੱਸਾ ਜਿੱਥੇ ਆਲੂ ਦੀ ਜਿਹੜੀ ਸੀਡ ਉੱਥੋਂ ਪ੍ਰਾਪਤ ਕਰਦਾ ਸੀ, ਸੀਡ ਦੇ ਉੱਤੇ ਰਿਸਰਚ ਹੁੰਦੀ ਸੀ ਐਗਰੀਕਲਚਰ ਯੂਨੀਵਰਸਿਟੀ ਦਾ, ਉਹ ਇੱਕ ਵੱਡਾ ਫਾਰਮ ਹੈ। ਉਹ ਜ਼ਮੀਨ ਵੀ ਜਿਹੜਾ ਉਹ ਰਿਸਰਚ ਦਾ ਕੰਮ ਵੀ ਜਿਹੜਾ ਉਹਦੇ ਨਾਲ ਬੰਦ ਹੋ ਜਾਣਾ ਸੀ, ਉਹ ਵੀ ਉਹਨਾਂ ਨੇ ਲੈ ਲਿਆ। ਤੀਸਰਾ ਜਿਹੜਾ ਨੁਕਸਾਨ ਹੋਇਆ ਉਹ ਸੀਗਾ ਸਾਡੀ ਜਿਹੜੀ ਐਨੀਮਲ ਸਾਇੰਸ ਦੀ ਯੂਨੀਵਰਸਿਟੀ ਹੈਗੀ ਹੈ, ਪਸ਼ੂਆਂ ਨਾਲ ਸੰਬੰਧਿਤ ਯੂਨੀਵਰਸਿਟੀ ਹੈ, ਉਹਨਾਂ ਦਾ 150 ਏਕੜ ਦੇ ਕਰੀਬ ਸੀਗਾ, ਉਹ ਵੀ ਲੈ ਲਿਆ। ਉਹਦੇ ਵਿੱਚ ਬਹੁਤ ਸਾਰੀ ਜਿਹੜੀ ਸਾਡੀ ਪਸ਼ੂਆਂ ਦੇ ਉੱਤੇ ਸਾਡੀ ਰਿਸਰਚ ਹੁੰਦੀ ਸੀ, ਬਹੁਤ ਸਾਰਾ ਉਹਦੇ ਵਿੱਚ ਚਾਹੇ ਉਹ ਬੱਕਰੀਆਂ ਨੇ, ਭੇਡਾਂ ਨੇ, ਗਊਆਂ ਨੇ, ਮੱਝਾਂ ਨੇ, ਹੋਰ ਕਈ ਤਰ੍ਹਾਂ ਦਾ ਉੱਥੇ ਕਈ ਕੁਝ ਹੋਣਾ ਸੀ। ਸੋ ਪਹਿਲੀ ਗੱਲ ਤਾਂ ਇਹ ਹੈਗੀ ਕਿ 3 ਵੱਡੇ ਹਿੱਸੇ ਇਹਦੇ ਵਿੱਚ, ਜਿਹਦੇ ਵਿੱਚ ਦਲਿਤ ਦਾ ਪਿੰਡ ਸੇਖੂਵਾਸ, ਦੂਜਾ ਐਗਰੀਕਲਚਰ ਯੂਨੀਵਰਸਿਟੀ, ਤੀਸਰਾ ਜਿਹੜੀ ਸਾਡੀ ਗੜਵਾਸੂ ਹੈ ਉਹ, ਤੇ ਚੌਥਾ ਜਿਹੜੇ ਪਿੰਡਾਂ ਕੋਲੇ 20-30 ਕਿੱਲੇ ਦਾ ਇੱਕ ਹੋਰ ਟੁਕੜੇ ਪਏ ਸੀ ਉੱਥੇ ਖਿੰਡਰੇ ਪੁਲਰੇ, ਉਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਇਹ 957 ਏਕੜ ਜ਼ਮੀਨ ਆ ਜਿਹੜੀ ਬਣੀ ਆ। ਵੱਡੀ ਦੇਖਣ ਵਾਲੀ ਚੀਜ਼ ਇਹ ਹੈਗੀ ਕਿ ਜਦੋਂ ਅਕਾਲੀ ਗਵਰਨਮੈਂਟ ਨੇ ਇਹਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ, ਇੱਥੇ ਟੈਕਸਟਾਈਲ ਪਾਰਕ ਜਿਹੜਾ ਬਣਾਉਣ ਦੀ ਆਈ ਤਜਵੀਜ਼ ਉਹਨਾਂ ਦੀ, ਤਾਂ ਇਹ ਹੋਇਆ ਕਿ ਸਾਰਿਆਂ ਤੋਂ ਵੱਡਾ ਵਿਰੋਧ ਕਾਂਗਰਸ ਨੇ ਤੇ ਉਸ ਵੇਲੇ ਦੀ ਜਿਹੜੀ ਆਪ ਪਾਰਟੀ ਆ ਉਹਨਾਂ ਨੇ ਕੀਤਾ। ਆਪ ਵਾਲਿਆਂ ਨੇ ਉਦੋਂ ਉਹਨਾਂ ਦੀ ਬਹੁਤ ਵੱਡੀ ਭਾਵੇਂ ਕਿ ਸ਼ਕਤੀ ਨਹੀਂ ਸੀਗੀ ਪੰਜਾਬ ਦੇ ਅੰਦਰ, ਲੇਕਿਨ ਫਿਰ ਵੀ ਭਗਵੰਤ ਮਾਨ ਹੋਰੀ ਆਉਂਦੇ ਰਹੇ, ਹੋਰ ਬਹੁਤ ਸਾਰੇ ਲੋਕ ਨੇ ਜਿਹੜੇ ਆਉਂਦੇ ਰਹੇ ਆ। ਬੜੀ ਇੰਟਰਸਟਿੰਗ ਗੱਲ ਮੈਂ ਤੁਹਾਨੂੰ ਦੱਸਦਾ ਕਿ ਪਿੰਡ ਸੇਖੂਵਾਲ ਦੇ ਵਿੱਚ ਇੱਕ ਗ੍ਰਾਮ ਸਭਾ ਹੋਈ ਉਹਨਾਂ ਦਿਨਾਂ 'ਚ। ਉਸ ਗ੍ਰਾਮ ਸਭਾ ਦੇ ਵਿੱਚ ਇਸ ਫੈਸਲੇ ਦੇ ਖਿਲਾਫ ਇੱਕ ਮਤਾ ਲੈ ਕੇ ਆਂਦਾ। ਉਹ ਜਿਹੜਾ ਮਤਾ ਹੈਗਾ ਉਹਦੀ ਜਿਹੜੀ ਡਰਾਫਟਿੰਗ ਹੈ ਉਹ ਆਪ ਪਾਰਟੀ ਦਾ ਜਿਹੜਾ ਲੀਗਲ ਸੈੱਲ ਹੈਗਾ ਪੰਜਾਬ ਦਾ, ਉਹਨੇ ਉਸ ਨੂੰ ਡਰਾਫਟ ਕੀਤਾ ਹੋਇਆ ਤੇ ਅੱਜ ਉਹੀ ਪਾਰਟੀ ਆ ਜਿਹੜੀ ਦੁਬਾਰਾ ਫੇਰ ਮਤਲਬ ਇਸ ਨੂੰ ਲੈ ਕੇ ਆ ਰਹੀ ਹੈ। ਪੱਪੀ ਸਾਹਿਬ, ਮੈਂ ਥੋੜਾ ਟੋਕਣਾ ਚਾਹੂੰਗਾ, ਜਿਵੇਂ ਉਦੋਂ ਤਾਂ ਇਹ ਮਤਾ ਲੈ ਕੇ ਆਏ ਹਨਾ, ਜਦੋਂ ਵਿਰੋਧੀ ਧਿਰ ਹੁੰਦੇ ਆ ਉਦੋਂ ਸਾਰਾ ਕੁਝ ਕਰਦੇ ਆ, ਪਰ ਜਦੋਂ ਸੱਤਾ ਤੇ ਆ ਜਾਂਦੇ ਉਦੋਂ ਕੀ ਸੱਪ ਸੁੰਘ ਜਾਂਦਾ ਇਹਨਾਂ ਨੂੰ? ਹਾਂ, ਇਹ ਇੱਕ ਬਹੁਤ ਵੱਡਾ ਸਵਾਲ ਹੈਗਾ ਕਿ ਹਮੇਸ਼ਾ ਹੀ ਇਹ ਹੁੰਦਾ ਹੈਗਾ ਕਿ ਜਦੋਂ ਕੋਈ ਵੀ ਬੰਦਾ ਆਪੋਜੀਸ਼ਨ ਦੇ ਵਿੱਚ ਹੈਗਾ ਤਾਂ ਉਹ ਵਿਰੋਧ ਕਰਦਾ ਹੈਗਾ। ਔਰ ਭਗਵੰਤ ਮਾਨ ਹੋਰਾਂ ਨੇ ਤਾਂ ਮਤਲਬ ਪੂਰਾ ਕੈਂਸਰ ਬੈਲਟ ਨੂੰ ਲੈ ਕੇ ਵਿਰੋਧ ਕੀਤਾ। ਪੂਰੀ ਜਿਹੜੀ ਪੰਜਾਬ ਦੇ ਅੰਦਰ ਕੈਂਸਰ ਬੈਲਟ ਹੈਗੀ ਆ, ਉਹਦੇ ਉੱਤੇ ਜਿਹੜਾ ਜਿੱਥੇ ਪਾਣੀ ਦੇ ਸਵਾਲ ਆਏ, ਜਿੱਥੇ ਜੰਗਲ ਦਾ ਸਵਾਲ ਆਇਆ, ਜਿੱਥੇ এনवायरमेंट ਦਾ ਸਵਾਲ ਆਇਆ, ਇਹਨਾਂ ਇਸ਼ੂਆਂ ਨੂੰ ਲੈ ਕੇ ਉਹ ਬਹੁਤ ਭਾਵਿਕ ਕਿਸਮ ਦੀਆਂ ਗੱਲਾਂ ਵੀ ਭਗਵੰਤ ਮਾਨ ਤੇ ਉਹਨਾਂ ਦੀ ਪਾਰਟੀ ਨੇ ਕੀਤੀਆਂ। ਉਹ ਲੱਗਦਾ ਸੀਗਾ ਵੀ ਕਦੇ ਵੀ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਡਿਸੀਜਨ ਨਹੀਂ ਲੈਣਗੇ। ਮੈਂ ਤੁਹਾਨੂੰ ਦੱਸਾਂ ਕਿ ਪਹਿਲਾਂ ਜਦੋਂ ਅਕਾਲੀ ਗਵਰਨਮੈਂਟ ਨੇ ਫੈਸਲਾ ਲਿਆ ਤਾਂ ਉਦੋਂ ਕੈਪਟਨ ਸਾਹਿਬ ਨੇ ਵੀ ਵਿਰੋਧ ਕੀਤਾ ਸੀ ਤੇ ਉਹਨਾਂ ਦੀ ਪਾਰਟੀ ਦੇ ਬਹੁਤ ਸਾਰੇ ਲੋਕ ਜਿਹੜੀ ਇੱਥੇ ਕਮੇਟੀ ਬਣੀ ਸੀ ਉਹਦੇ ਵਿੱਚ ਸ਼ਾਮਲ ਰਹੇ ਆ। ਸੋ ਜਦੋਂ ਕੋਈ ਸੱਤਾ ਦੇ ਵਿੱਚ ਆ ਜਾਂਦਾ ਹੈ, ਉਹਦੀ ਭਾਸ਼ਾ, ਉਹਦੀ ਨੀਤੀ ਤੇ ਉਹਦੀ ਨੀਅਤ ਹੈ ਜਿਹੜੀ ਉਹ ਬਦਲ ਜਾਂਦੀ ਹੈ। ਬਿਲਕੁਲ ਜੀ। ਅੱਛਾ, ਆਪਾਂ ਗੱਲ ਕਰੀਏ ਜੀ, ਜੇ ਪਾਣੀ ਦਾ ਜਿਹੜਾ ਜਿਵੇਂ ਬਹਾਅ ਹੁਣ ਚੱਲ ਰਿਹਾ ਹੈ ਨਾ ਸਤਲੁਜ ਦਾ, ਕੀ ਉਹ ਮੱਤੇਵਾੜਾ ਜੰਗਲ ਕੱਟਣ ਨਾਲ ਉਹਦਾ ਕੋਈ ਫਰਕ ਪਊਗਾ, ਉੱਤੇ ਪ੍ਰਭਾਵ ਪਊਗਾ ਕੋਈ? 2-3 ਚੀਜ਼ਾਂ ਬੜੀਆਂ ਸਮਝਣ ਵਾਲੀਆਂ ਇੰਪੋਰਟੈਂਟ ਨੇ। ਇੱਕ ਤਾਂ ਕਈ ਲੋਕ ਕਹਿੰਦੇ ਨੇ ਕਿ ਇਹਦੇ ਪਾਣੀ ਨੂੰ ਕੋਈ ਬਹੁਤਾ ਫਰਕ ਨਹੀਂ ਪੈਣਾ। ਸਾਡੇ ਬਿਲਕੁਲ ਨੇੜੇ ਜਿੱਥੇ ਆਪਾਂ ਖੜੇ ਆ, ਇੱਥੋਂ ਥੋੜੇ ਜਿਹੇ ਕਿਲੋਮੀਟਰ ਦੂਰ ਰਾਹੋਂ ਦੇ ਵਿੱਚ ਇੱਕ 150 ਏਕੜ ਦੇ ਵਿੱਚ ਪਹਿਲਾ ਟੈਕਸਟਾਈਲ ਪਾਰਕ ਆਲਰੇਡੀ ਬਣਿਆ ਹੋਇਆ ਔਰ ਉਹਦੇ ਵਿੱਚ ਜਿਹਨੂੰ ਉਹ ਜ਼ੀਰੋ ਰੀਚਾਰਜਿੰਗ ਕਹਿੰਦੇ ਨੇ ਕਿ ਪਾਣੀ ਧਰਤੀ ਦੇ ਵਿੱਚ ਨਹੀਂ ਪਾਉਣਾ, ਉਹ ਇਸ ਤਰ੍ਹਾਂ ਦੀ ਪੂਰੀਆਂ ਜਿਹੜੀਆਂ ਗਵਰਨਮੈਂਟ ਦੀਆਂ ਸਪੈਸੀਫਿਕੇਸ਼ਨ ਹੈਗੀਆਂ ਉਹਨਾਂ ਦੇ ਆਧਾਰ ਦੇ ਉੱਤੇ ਉਹ ਟੈਕਸਟਾਈਲ ਦਾ ਜਿਹੜਾ
ਹੈਗਾ ਉਹ ਚੱਲ ਰਿਹਾ ਉੱਥੇ। ਲੇਕਿਨ ਫਿਰ ਵੀ ਤੁਸੀਂ ਕਿਤੇ ਨੇੜੇ ਤੇੜੇ ਜਾ ਕੇ ਪਤਾ ਕਰੋ ਕਿ ਉਹਨਾਂ ਪਿੰਡਾਂ ਦੇ ਜਿਹੜੇ ਉਸ ਦੇ ਏਰੀਆ ਦੇ ਨਾਲ ਨੇ ਕਿ ਉਹਨਾਂ ਪਿੰਡਾਂ ਦੇ ਪਾਣੀ ਦੀ ਕੀ ਹਾਲਤ ਹੈ। ਸੋ ਪਾਣੀ ਦਾ ਪੋਲਿਊਟ ਹੋਣਾ ਤਾਂ 100% ਉਹਦੇ ਵਿੱਚ ਲਾਜ਼ਮੀ ਹੈਗਾ ਹੀ ਹੈਗਾ, ਜ਼ਰੂਰੀ ਹੈ, ਹੋ ਹੀ ਜਾਂਦਾ ਉਹ ਤੋਂ ਬਿਨਾਂ ਬਚਾਅ ਕਰਨਾ ਬੜਾ ਮੁਸ਼ਕਲ ਹੈ। ਦੂਸਰੀ ਗੱਲ ਹੈਗੀ ਕਿ ਪਾਣੀ ਦਾ ਜਿਹੜਾ ਵਹਾਅ ਤੁਸੀਂ ਪੁੱਛਿਆ ਹੈਗਾ, ਸਾਡੇ ਕੋਲੇ ਨਾ ਇੱਕ ਸਮਝੌਤਾ ਹੋਇਆ ਪਾਕਿਸਤਾਨ ਦੇ ਨਾਲ, ਉਹਨੂੰ ਇੰਡਸ ਪਾਕ ਐਗਰੀਮੈਂਟ ਦਾ ਨਾਂ ਦਿੱਤਾ ਜਾਂਦਾ, ਇੰਡਸ ਪਾਕ ਟ੍ਰੀਟੀ ਵੀ ਉਹਨੂੰ ਕਿਹਾ ਜਾਂਦਾ ਹੈਗਾ। ਉਹ ਇੱਕ ਐਗਰੀਮੈਂਟ ਹੋਇਆ ਸੀਗਾ ਉਸ ਵੇਲੇ ਦੇ ਜਿਹੜੇ ਸਾਡੇ ਪ੍ਰਧਾਨ ਮੰਤਰੀ ਸੀਗੇ ਜਵਾਹਰ ਲਾਲ ਨਹਿਰੂ ਤੇ ਅਯੂਬ ਖਾਨ ਜਿਹੜੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸੀ, ਉਹਨਾਂ ਦੇ ਦਰਮਿਆਨ ਸਮਝੌਤਾ ਹੋਇਆ ਸੀ। ਉਹਦੇ ਵਿੱਚ ਸਾਡੇ 3 ਦਰਿਆ ਨੇ, ਉਹਦੇ ਵਿੱਚ ਸਤਲੁਜ ਹੈ, ਉਹਦੇ ਵਿੱਚ ਬਿਆਸ ਹੈ, ਰਾਵੀ ਹੈ। ਉਸ ਐਗਰੀਮੈਂਟ ਦੇ ਤਹਿਤ ਇਹ ਹੈਗਾ ਕਿ ਤੁਸੀਂ ਆਪਣੇ ਜਿਹੜੇ ਪਾਣੀਆਂ ਦਾ ਫਲੱਡ ਫਲੋ ਹੈਗਾ ਉਹ ਤੁਹਾਨੂੰ 25% ਉਹਦੇ ਵਿੱਚ ਰੱਖਣਾ ਜ਼ਰੂਰੀ ਹੈ। ਤੁਸੀਂ ਪੂਰੀ ਦੀ ਪੂਰਾ ਕਿਸੇ ਵੀ ਦਰਿਆ ਨੂੰ ਬੰਨ ਨਹੀਂ ਮਾਰ ਸਕਦੇ, ਇਹ ਉਸ ਐਗਰੀਮੈਂਟ ਦੇ ਵਿੱਚ ਹੈਗਾ। ਤੁਸੀਂ ਇਹਨਾਂ ਦਾ ਪਾਣੀ ਬੰਦ ਨਹੀਂ ਕਰ ਸਕਦੇ। ਲੇਕਿਨ ਤੁਸੀਂ ਦੇਖੋ ਕਿ ਅੱਜ ਜਿਹੜੇ ਸਾਡੇ ਦਰਿਆ ਨੇ ਉਹਨਾਂ ਦੀ ਪਾਣੀਆਂ ਦੀ ਕੀ ਹਾਲਤ ਹੈ। ਉਹ ਪਿੱਛੇ ਬੰਨ ਮਾਰ ਕੇ ਪਹਿਲਾਂ ਤਾਂ ਪਾਣੀ ਰੋਕਿਆ ਗਿਆ ਪੰਜਾਬ ਦਾ, ਪੰਜਾਬ ਕੋਲੇ ਆਲਰੇਡੀ ਪਾਣੀ ਨਹੀਂ ਹੈਗਾ। ਜਿੰਨਾ ਕੁ ਪਾਣੀ ਬਚਦਾ ਹੈ, ਪਹਿਲਾਂ ਤਾਂ ਮੈਂ ਇਹ ਕਹਿਣਾ ਕਿ ਉਸ ਸਮਝੌਤੇ ਦੀ ਉਲੰਘਣਾ ਕਰ ਰਹੀ ਹੈ ਸਾਡੀ ਹਿੰਦੁਸਤਾਨ ਗਵਰਨਮੈਂਟ, ਜਿਹਨੇ ਪਾਣੀ ਦਾ ਐਗਰੀਮੈਂਟ ਕੀਤਾ ਹੈ। ਹੁਣ ਜਦੋਂ ਉਹ ਐਗਰੀਮੈਂਟ ਦੀ ਉਲੰਘਣਾ ਵੀ ਕਰ ਰਹੀ ਹੈ, ਜਿੰਨਾ ਕੁ ਪਾਣੀ ਸਾਡੇ ਕੋਲੇ ਆ ਰਿਹਾ ਹੈ ਉਹ ਇਸ ਇੰਡਸਟਰੀ ਦੇ ਨਾਲ ਬਿਲਕੁਲ ਪੋਲਿਊਟ ਹੋ ਜਾਣਾ ਹੈ। ਉਹਦੇ ਨਾਲ 1 ਕਰੋੜ ਦੀ ਪਾਪੂਲੇਸ਼ਨ, ਕਿਉਂਕਿ ਮਾਲਵਾ ਪੂਰੇ ਪੰਜਾਬ ਦਾ ਅੱਧ ਹੈ, ਬਿਲਕੁਲ ਜੀ 1 ਕਰੋੜ ਦੀ ਪਾਪੂਲੇਸ਼ਨ ਹੈ ਜਿਹੜੀ ਉਹ ਪ੍ਰਭਾਵਿਤ ਹੋਣੀ ਹੈ, ਜਿਹਦੇ ਵਿੱਚ ਉਹਨਾਂ ਨੂੰ ਕੈਂਸਰ ਹੋਣਾ ਹੈ, ਜਿਹਦੇ ਵਿੱਚ ਉਹਨਾਂ ਨੂੰ ਹੋਰ ਤਰ੍ਹਾਂ ਦੀਆਂ ਬਿਮਾਰੀਆਂ ਨੇ ਜਿਨ੍ਹਾਂ ਨੂੰ ਅਸੀਂ ਜਿਹੜੀਆਂ ਕਰੋਨਿਕ ਡਿਜ਼ੀਜ਼ ਕਹਿੰਦੇ ਆ, ਉਹ ਸਾਰੀਆਂ ਨੂੰ ਉਹਨਾਂ ਨੇ ਘੇਰਨਾ ਹੈ। ਸੋ ਮੈਂ ਸਮਝਦਾ ਕਿ ਇਹ ਨਹੀਂ ਹੈਗਾ ਕਿ ਇਹ ਇਕੱਲਾ ਪੋਲਿਊਸ਼ਨ ਦਾ ਸਵਾਲ ਹੈ, ਇਹ ਇੱਕ ਸਿਵਲਾਈਜੇਸ਼ਨ ਦੀ ਹੋਂਦ ਦਾ ਸਵਾਲ ਹੈ। ਬਿਲਕੁਲ ਜੀ, ਜਿਵੇਂ ਅਸੀਂ ਕਿਸਾਨ ਅੰਦੋਲਨ ਵੇਲੇ ਕੁਝ ਵੀਰ ਸਾਡੇ ਕਹਿੰਦੇ ਰਹੇ ਨਾ ਕਿ ਪੰਜਾਬ ਦੀ ਹੋਂਦ ਦਾ ਮਸਲਾ, ਬਿਲਕੁਲ ਜੀ, ਉਹ ਤਾਂ ਪੰਜਾਬ ਦੀ ਹੋਂਦ ਦਾ ਮਸਲਾ ਕਿਸੇ ਹੋਰ ਤਰੀਕੇ ਨਾਲ ਪੇਸ਼ ਕਰਦੇ ਸੀ। ਲੇਕਿਨ ਜਿਹੜਾ ਅੱਜ ਆ ਚੀਜ਼ ਹੈ, ਇਹ ਪੰਜਾਬ ਦੀ ਹੋਂਦ ਦਾ ਮਸਲਾ ਇਹ ਹੈਗਾ ਕਿ ਜੇ 1 ਕਰੋੜ ਬੰਦਾ ਸਾਡਾ ਬਿਮਾਰ ਹੋ ਜਾਂਦਾ ਹੈ, 2-2.5 ਕਰੋੜ ਦੀ ਆਬਾਦੀ ਦੇ ਵਿੱਚੋਂ ਜੋ ਕੈਂਸਰ ਦਾ ਮਰੀਜ਼ ਹੋ ਜਾਂਦਾ ਹੈ, ਜੋ ਵੱਖ-ਵੱਖ ਬਿਮਾਰੀਆਂ ਦੇ ਵਿੱਚ ਘਿਰ ਜਾਂਦਾ ਹੈ, ਤਾਂ ਉਹਨਾਂ ਲੋਕਾਂ ਦੀ ਹਾਲਤ ਕੀ ਹੋਣੀ ਹੈ। ਬਿਲਕੁਲ, ਵੈਸੇ ਵੀ ਸਤਲੁਜ ਦਾ ਤਾਂ ਇਤਿਹਾਸ ਰਿਹਾ ਵੀ ਸਤਲੁਜ ਦੇ ਪਾਣੀ ਤੇ ਬਹੁਤ ਕੁਝ ਹੋਇਆ ਹੈ ਨਾ। ਸਤਲੁਜ ਦੇ ਪਾਣੀ ਨੇ ਲੋਕਾਂ ਨੂੰ ਜ਼ਿੰਦਗੀ ਦਿੱਤੀ ਆ, ਕਿੰਨੇ ਗ੍ਰੰਥ ਲਿਖੇ ਗਏ ਆ, ਕਿੰਨੀਆਂ ਸੱਭਿਆਤਾਵਾਂ ਬਸੀਆਂ ਤੇ ਅੱਜ ਉਹੀ ਖਰਾਬ ਕਰ ਰਿਹਾ। ਅੱਛਾ, ਆਪਾਂ ਜੇ ਗੱਲ ਕਰੀਏ ਜੀ ਤਾਂ ਸਮਾਜ ਸੇਵੀ ਆ ਜਿਹੜੇ ਕਹਿ ਰਹੇ ਅਸੀਂ ਵਾਤਾਵਰਨ ਪ੍ਰੇਮੀ ਆ, ਉਹ ਅਜੇ ਤੇ ਉਹਨੀ ਗੱਲ ਨਹੀਂ ਕਰ ਰਹੇ। ਸੰਤ ਬਲਵੀਰ ਸਿੰਘ ਸੀਚੇਵਾਲ ਜੀ ਆ, ਉਹ ਕਾਲੀ ਬੇਈ ਨੂੰ ਸਾਫ਼ ਕਰਨ ਦੀ ਗੱਲ ਕਰ ਰਹੇ ਨੇ, ਉਹ ਚੋਂ ਕਾਹੀ ਕੱਢਦੇ ਨੇ ਥੋੜੇ ਸਾਲਾਂ ਬਾਅਦ, ਹੈ ਨਾ। ਕੀ ਉਹ ਕਾਲੀ ਬੇਈ ਦੇ ਵਿੱਚੋਂ ਕਾਹੀ ਕੱਢਣ ਨਾਲ ਮਸਲਾ ਹੱਲ ਹੋ ਜੂ, ਜਾਂ ਕਾਲੀ ਬੇਈ ਤੱਕ ਸੀਮਤ ਰਹਿ ਕੇ ਮਸਲਾ ਹੱਲ ਹੋ ਜੂ? ਕੀ ਉਹਨਾਂ ਨੂੰ ਆਵਾਜ਼ ਉਠਾਉਣੀ ਚਾਹੀਦੀ ਆ ਪੂਰੇ ਸਤਲੁਜ ਨੂੰ ਬਚਾਉਣ ਦੀ, ਪੂਰੇ ਵਾਤਾਵਰਨ ਨੂੰ ਬਚਾਉਣ ਦੀ? ਜੇ ਸੀਚੇਵਾਲ ਜੀ ਇਸ ਦੇ ਖਿਲਾਫ ਨਾ ਬੋਲਦੇ, ਸਾਨੂੰ ਕੋਈ ਇਤਰਾਜ਼ ਨਹੀਂ ਸੀ ਹੋਣਾ, ਕਿਉਂਕਿ ਕਿਸੇ ਵੀ ਬੰਦੇ ਦਾ ਇੱਕ ਰਾਈਟ ਹੈ ਉਹ ਬੋਲੇ ਜਾਂ ਨਾ ਬੋਲੇ। ਬਟ ਇਸ ਵੇਲੇ ਉਹ ਇੱਕ ਸਧਾਰਨ ਕੁਦਰਤ ਪ੍ਰੇਮੀ ਜਾਂ ਵਾਤਾਵਰਨ ਪ੍ਰੇਮੀ ਨਹੀਂ ਹੈਗੇ, ਉਹ ਇੱਕ ਪੋਲੀਟੀਕਲ ਪਾਰਟੀ ਦੇ ਰਿਪਰੈਜ਼ੈਂਟੇਟਿਵ ਨੇ, ਉਹ ਪੰਜਾਬ ਦੇ ਵਿੱਚ ਰਾਜ ਸਭਾ ਦੇ ਮੈਂਬਰ ਨੇ। ਇਸ ਕਰਕੇ ਹੁਣ ਸਾਡੀ ਉਹਨਾਂ ਤੋਂ ਮੰਗ ਕਰਨੀ ਕਿ ਤੁਹਾਨੂੰ ਇਹਦੇ ਉੱਤੇ ਬੋਲਣਾ ਚਾਹੀਦਾ ਹੈ। ਪੰਜਾਬ ਦੇ ਬਹੁਤ ਸਾਰੇ ਲੋਕ ਇਹ ਗੱਲ ਸਵਾਲ ਉਠਾ ਰਹੇ ਨੇ ਕਿ ਹੁਣ ਸਵਾਲ ਕੱਲੀ ਕਾਲੀ ਬੇਈ ਤੇ ਇੱਕ ਸੀਮਤ ਨਹੀਂ ਹੈਗਾ। ਅੱਜ ਜਿਹੜਾ ਪੰਜਾਬ ਦਾ, ਜੇ ਤੁਸੀਂ ਉਹਨਾਂ ਦੀ ਜਿਹੜੀ ਸ਼ਖਸੀਅਤ ਹੈ, ਉਹਦੀ ਸ਼ਖਸੀਅਤ ਦੀ ਜਿਹੜੀ ਉਸਾਰੀ ਹੈ, ਉਹ ਵਾਤਾਵਰਨ ਦੇ ਉੱਤੇ, ਪਾਣੀਆਂ ਦੇ ਸਵਾਲ ਦੇ ਉੱਤੇ ਬਣੀ ਆ ਪੂਰੇ ਹਿੰਦੁਸਤਾਨ 'ਚ। ਅੱਜ ਜਦੋਂ ਉਹ ਸਿੰਬਲ ਨੇ, ਉਹ ਪੰਜਾਬ ਦਾ ਇੱਕ ਆਈਕਨ ਨੇ ਵਾਤਾਵਰਨ ਪ੍ਰੇਮੀਆਂ ਦਾ। ਅੱਜ ਜਦੋਂ ਪੰਜਾਬ ਦੇ ਪਾਣੀਆਂ ਦੇ ਉੱਤੇ ਤੇ ਪੰਜਾਬ ਦੀ ਆਬੋ ਹਵਾ ਦੇ ਉੱਤੇ ਸਾਰਿਆਂ ਤੋਂ ਵੱਡਾ ਅਟੈਕ ਹੋ ਰਿਹਾ ਹੈ, ਜਿਹੜਾ ਕਿ ਮੈਂ ਸਮਝਦਾ ਕਿ ਪਿਛਲੇ 100 ਸਾਲ ਦੀ ਪੰਜਾਬ ਦੀ ਹਿਸਟਰੀ ਦਾ ਸਾਰਿਆਂ ਤੋਂ ਵੱਡਾ ਅਟੈਕ ਹੈ, ਔਰ ਇਹਦੇ ਉੱਤੇ ਜਿਹੜਾ ਵੀ ਬੰਦਾ ਚੁੱਪ ਰਹੂਗਾ ਸਮੇਤ ਸੀਚੇਵਾਲ ਸਾਹਿਬ ਦੇ, ਤਾਂ ਉਹਨੂੰ ਪੰਜਾਬ ਦੇ ਲੋਕ ਕਦੇ ਵੀ ਮਾਫ ਨਹੀਂ ਕਰਨਗੇ। ਇਹ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ। ਮੈਂ ਸਮਝਦਾ ਕਿ ਇਕੱਲੇ ਸੀਚੇਵਾਲ ਨਹੀਂ, ਸਾਡੀਆਂ ਹੋਰ ਵੀ ਜਿੰਨੀਆਂ ਧਾਰਮਿਕ ਸੰਸਥਾਵਾਂ ਨੇ, ਧਾਰਮਿਕ ਸ਼ਖਸੀਅਤਾਂ ਨੇ, ਪੋਲੀਟੀਕਲ ਸ਼ਖਸੀਅਤਾਂ ਨੇ, ਸਮਾਜਿਕ ਸ਼ਖਸੀਅਤਾਂ ਨੇ, ਸਾਡੀਆਂ ਕਲਚਰ ਦੀਆਂ ਸ਼ਖਸੀਅਤਾਂ ਨੇ, ਸਾਡੇ ਆਰਟ ਦੇ ਲਿਟਰੇਚਰ ਦੇ ਲੋਕ ਨੇ, ਉਹਨਾਂ ਨੂੰ ਸਾਰਿਆਂ ਨੂੰ ਇਹਦੇ ਲਈ ਅੱਗੇ ਆਉਣਾ ਪਊਗਾ ਤੇ ਆਵਾਜ਼ ਜਿਹੜੀ ਉਠਾਉਣੀ ਪਊਗੀ। ਇੱਕ ਗੱਲ ਹੋਰ ਵੀ ਹੈ ਕਿ ਜਿਵੇਂ ਮੀਡੀਆ ਵਾਲਿਆਂ ਤੇ ਇਤਰਾਜ਼ ਹੁੰਦਾ ਕਿ ਮੀਡੀਆ ਵਾਲੇ ਭੌਂਕਦੇ ਫਿਰਦੇ ਆ, ਮੀਡੀਆ ਵਾਲੇ ਖਬਰਾਂ ਲੱਭਦੇ ਆ, ਸਟੋਰੀਆਂ ਲੱਭਦੇ ਫਿਰਦੇ ਆ, ਤਾਂ ਮੀਡੀਆ ਵਾਲਿਆਂ ਨੂੰ ਵੀ ਕਹਿਣਾ ਚਾਹਾਂਗੇ ਕਿ ਇੱਥੇ ਆਓ,
ਜਿੱਥੇ ਅਸੀਂ ਖੜੇ ਆ, ਇੱਕ ਪਾਸੇ ਸਾਡੇ ਸਤਲੁਜ ਦਰਿਆ ਵਹਿ ਰਿਹਾ ਤੇ ਦੂਜੇ ਪਾਸੇ ਮੱਤੇਵਾੜੇ ਦਾ ਜੰਗਲ ਆ। ਇੱਥੇ ਆ ਕੇ ਤੁਸੀਂ ਪੰਜਾਬ ਨੂੰ ਬਚਾਉਣ ਦੀ ਗੱਲ ਕਰੋ। ਉਹਨਾਂ ਨੌਜਵਾਨਾਂ ਨੂੰ ਵੀ ਅਸੀਂ ਸੁਨੇਹਾ ਦੇਣਾ ਚਾਹਾਂਗੇ। ਅਸੀਂ ਛੋਟੀਆਂ-ਛੋਟੀਆਂ ਗੱਲਾਂ ਤੇ ਲੜਦੇ ਆ, ਪਰ ਅੱਜ ਸਾਡੀ ਸੱਭਿਅਤਾ ਦਾ ਸਵਾਲ ਆ, ਸਾਡੇ ਪੰਜਾਬ ਨੂੰ ਬਚਾਉਣ ਦਾ ਸਵਾਲ ਆ। ਤਾਂ ਮੈਨੂੰ ਲੱਗਦਾ ਹਰ ਇੱਕ ਨੌਜਵਾਨ ਨੂੰ ਇਸ ਸਤਲੁਜ ਨੂੰ ਉਜਾੜਨ ਦਾ, ਪੰਜਾਬ ਨੂੰ ਉਜਾੜਨ ਦਾ ਵਿਰੋਧ ਕਰਨਾ ਚਾਹੀਦਾ, ਇਸ ਜੰਗਲ ਨੂੰ ਉਜਾੜਨ ਦਾ ਵਿਰੋਧ ਕਰਨਾ ਚਾਹੀਦਾ। ਜੇਕਰ ਅਸੀਂ ਅੱਜ ਨਾ ਬੋਲੇ ਤਾਂ ਲਾਜ਼ਮੀ ਅਬੋਹਰ ਤੇ ਫਾਜ਼ਿਲਕਾ ਸਭ ਤੋਂ ਪਹਿਲਾਂ ਖਤਮ ਹੋਣਗੇ ਤੇ ਇਦੋਂ ਬਾਅਦ ਸਾਰਾ ਪੰਜਾਬ ਆ ਜਿਹੜਾ ਉਹ ਖਾਤਮੇ ਵੱਲ ਜਾਊਗਾ। ਗੰਭੀਰ ਮਸਲਾ ਇਹ ਚਰਚਾ ਕੀਤੀ ਅਸੀਂ। ਆਪਣੇ ਕਮੈਂਟ, ਆਪਣੇ ਸੁਝਾਅ ਜ਼ਰੂਰ ਦੱਸਿਓ। ਜੁੜੇ ਰਹੋ ਦੁਨੀਆ ਦੇ ਨਾਲ।